ਸਮੇਂ ਬੜਾ ਭਿਆਨਕ ਦੁੱਖ ਹੁੰਦਾ ਹੈ। ਮੌਤ ਦਾ ਬੜਾ ਭਿਆਨਕ ਦੁੱਖ ਹੈ। ਸੱਚੇ ਪਾਤਸ਼ਾਹ ਮੌਤ ਦੇ ਦੁੱਖ ਤੋਂ ਕਿਵੇਂ ਬਚ ਸਕਦੇ ਹਾਂ? ਮਹਾਰਾਜ ਇਹ ਕਿਰਪਾ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ ਗੁਰਮੁਖ ਬਣੋ, ਗੁਰਮੁਖ। ਆਓ ਪੱਖਾ ਬੰਦ ਕਰਕੇ ਆਓ। ਗੁਰਮੁਖ ਬਣੋ, ਗੁਰਮੁਖ ਮਹਾਰਾਜ ਕਹਿਣ ਲੱਗੇ। ਭਾਈ ਸਾਹਿਬ ਭਾਈ ਭਗੀਰਥ ਜੀ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਬੰਦ ਕਰ ਦਿਓ। ਮਹਾਰਾਜ ਗੁਰਮੁਖ ਕਿਵੇਂ ਬਣੀਦਾ? ਮਹਾਰਾਜ ਨੇ ਦੱਸਿਆ ਵੀ 3 ਤਰੀਕਿਆਂ ਦੇ ਗੁਰਮੁਖ ਹੁੰਦੇ ਤੇ 3 ਤਰੀਕਿਆਂ ਦੇ ਮਨਮੁਖ ਹੁੰਦੇ ਜੀ। ਕੱਲ ਤੁਸੀਂ ਸੁਣਿਆ ਗੁਰਮੁਖ ਤਮ ਪਹਿਲਾਂ ਤਰ ਗੁਰਮੁਖ ਫਿਰ ਤਮ ਗੁਰਮੁਖ ਜੀ। ਗੁਰਮੁਖ ਉਹ ਜੋ ਨਾਮ ਜਪਦੇ, ਭਜਨ ਕਰਦੇ, ਕਿਸੇ ਦੇ ਕੀਤੇ ਹੋਏ ਨੂੰ ਚੇਤਾ ਰੱਖਦੇ ਹੈ, ਭਲਾਈ ਕਰਨ ਦਾ ਸੋਚਦੇ ਹੈ। ਤਰ ਗੁਰਮੁਖ ਉਹ ਜੋ ਵਿਕਾਰਾਂ ਤੋਂ ਪਿੱਠ ਦਿੰਦੇ ਆ, ਨਾਮ ਜਪਦੇ ਆ, ਜੇ ਕੋਈ ਉਹਨਾਂ ਨਾਲ ਬੁਰਾ ਕਰੇ ਤਾਂ ਵੀ ਭਲਾਈ ਕਰਦੇ ਆ। ਤਮ ਗੁਰਮੁਖ ਉਹ ਜਿਹੜੇ ਵਿਕਾਰਾਂ ਤੋਂ ਪਿੱਠ ਕਰਕੇ ਨਾਮ ਜਪਦੇ ਆ, ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਦੂਜਾ ਨਹੀਂ ਹੈ, ਸਾਰੇ ਪਰਮੇਸ਼ਰ ਦਾ ਹੀ ਰੂਪ ਹਨ। ਕੱਲ ਦਾਸ ਨੇ ਉਦਾਹਰਣਾਂ ਦੇ ਸਹਿਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀਗੀ। ਮਨਮੁਖਾਂ ਦੇ ਵੀ ਫਿਰ 3 ਹੀ ਤਰੀਕੇ ਦੱਸੇ, ਮਨਮੁਖ, ਤਰ ਮਨਮੁਖ, ਤਮ ਮਨਮੁਖ। ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਉਹ ਮਨਮੁਖ ਹੈਗਾ ਹੈ ਜੀ, ਆਪਣੇ ਮਨ ਦੀ ਕਰੇ ਜੀ। ਜਿਹੜਾ ਦੂਜੇ ਦਾ ਭਲਾ ਹੋ ਰਿਹਾ ਵੇਖ ਕੇ ਦੁਖੀ ਹੋਵੇ ਉਹ ਤਰ ਮਨਮੁਖ ਹੈਗਾ ਜੀ। ਜਿਹੜਾ ਕਿਸੇ ਦਾ ਬੁਰਾ ਕਰਨ ਦਾ ਪੂਰਾ ਜ਼ੋਰ ਲਾਵੇ ਉਹ ਤਮ ਮਨਮੁਖ ਹੈਗਾ ਜੀ। ਮਹਾਰਾਜ ਨੇ ਸਾਰੀ ਗੱਲ ਖੋਲ ਕੇ ਦੱਸੀ। ਆਖਿਆ ਭਾਈ ਗੁਰਮੁਖ ਬਣਨਾ, ਗੁਰਮੁਖ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਲਾਲੂ ਬਾਲੂ ਬਿਜ ਹੈ, ਤੀਸਰ ਪ੍ਰਿਯ ਹਰਦਾਸ। ਬਿਜ 2 ਬਿਜ ਨੇ, ਤੀਜਾ ਵੀ ਇਹਨਾਂ ਦੇ ਨਾਲ ਦਾ ਬਿਜ ਹੈ। ਇੱਕ ਦਾ ਨਾਮ ਹੈ ਭਾਈ ਲਾਲੂ ਜੀ, ਇੱਕ ਸਿੱਖ ਦਾ ਨਾਮ ਹੈ ਭਾਈ ਬਾਲੂ ਜੀ, ਤੇ ਤੀਸਰੇ ਸਿੱਖ ਦਾ ਨਾਮ ਹੈ ਭਾਈ ਹਰੀਦਾਸ ਜੀ। ਹਾਂਜੀ। ਮਿਲ ਆਏ ਦਰਸ਼ਨ ਕਰਨ ਸ਼੍ਰੀ ਅਰਜਨ ਕੇ ਪਾਸ। ਸਾਰੇ ਹੀ ਆਪਣੇ ਗੁਰੂ, ਆਪਣੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਭਾਵੇਂ ਤਿੰਨੋਂ ਹੀ। ਹਾਂਜੀ। ਚੌਪਈ ਬੰਦ ਹਾਥ ਬੰਦਨ ਕਰ ਬੈਸੇ। ਹੱਥ ਜੋੜੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ, ਦਰਸ਼ਨ ਕੀਤੇ। ਦਰਸ਼ਨ ਕਰਕੇ ਨਮਸਕਾਰ ਕਰਕੇ ਪਾਸ ਬੈਠ ਗਏ ਮਹਾਰਾਜ ਦੇ। ਹਾਂਜੀ। ਅਰਜ ਬਖਾਨੀ ਤੀਨਹੁ ਐਸੇ। ਤਿੰਨੋਂ ਹੀ ਸਲਾਹ ਕਰਕੇ ਆਏ ਸਨ ਜੀ ਘਰੋਂ ਜੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ। ਹਮਕੋ ਨਿਜ ਉਪਦੇਸ਼ ਸੁਨਾਵਹੁ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਮਿਹਰ ਕਰੋ, ਸਾਨੂੰ ਆਪਣਾ ਉਪਦੇਸ਼ ਸੁਣਾਵੋ। ਨਿਜ ਸਿੱਖਨ ਕੋ ਸਾਥ ਮਿਲਾਵਹੁ। ਤੇ ਸਾਨੂੰ ਵੀ ਆਪਣੇ ਸਿੱਖਾਂ ਦੇ ਨਾਲ ਮਿਲਾ ਲਓ ਮਹਾਰਾਜ, ਅਸੀਂ ਵੀ ਤੁਹਾਡੇ ਸਿੱਖ ਅਖਵਾ ਸਕੀਏ। ਚੇਤਾ ਰੱਖਿਓ ਸਾਰੀ ਉਮਰ ਬੰਦਾ ਸਿੱਖ ਹੀ ਬਣ ਜਾਵੇ ਤੇ ਬੜੀ ਵੱਡੀ ਗੱਲ ਹੈਗੀ ਜੀ। ਹਾਂਜੀ, ਸਿੱਖ ਬਣਨਾ ਬੜੀ ਵੱਡੀ ਗੱਲ ਹੈਗੀ ਜੀ। ਇਸੇ ਕਰਕੇ ਮਹਾਰਾਜ ਨੇ ਸਾਡਾ ਨਾਮ ਹੀ ਸਿੱਖ ਰੱਖਿਆ। ਸਿੱਖ ਦਾ ਹੀ ਰਵੇ ਜੀ, ਸਿੱਖ ਦਾ ਹੀ ਰਵੇ ਜੀ। ਮਹਾਰਾਜ ਕਿਰਪਾ ਕਰਕੇ ਸਾਨੂੰ ਸਿੱਖਾਂ ਦੇ ਵਿੱਚ ਸ਼ਾਮਿਲ ਕਰ ਲਵੋ ਜੀ। ਹਾਂਜੀ। ਜਿਸ ਬਿਦ ਹੋਏ ਉਧਾਰ ਹਮਾਰਾ। ਜਿਸ ਤਰੀਕੇ ਨਾਲ ਸਾਡਾ ਵੀ ਉਧਾਰ ਹੋਵੇ। ਹਾਂਜੀ। ਕਰਹੁ ਆਪ ਉਪਦੇਸ਼ ਉਚਾਰਾ। ਐਸਾ ਉਪਦੇਸ਼ ਦਿਓ ਮਹਾਰਾਜ ਸਾਨੂੰ, ਐਸਾ ਬਚਨ ਸੁਣਾਓ ਸਾਨੂੰ ਮਹਾਰਾਜ।
ਹਾਂਜੀ। ਸੁਨ ਸ਼੍ਰੀ ਮੁਖ ਤੇ ਬਾਕ ਬਖਾਨੇ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਆਪ ਰੱਬ ਪਰਮੇਸ਼ਰ ਪ੍ਰਤੱਖ ਰੱਬ ਦਾ ਰੂਪ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਤਿੰਨਾਂ ਨੂੰ ਉਪਦੇਸ਼ ਦੇਣ ਲੱਗੇ ਜੀ। ਹਾਂਜੀ। ਮਾਨ ਮੋਹ ਮਤਸਰ ਕਰ ਹਾਨੇ। ਮਹਾਰਾਜ ਕਹਿਣ ਲੱਗੇ ਤਿੰਨ ਚੀਜ਼ਾਂ ਛੱਡ ਦਿਓ ਆਪਣੇ ਅੰਦਰੋਂ, ਹੰਕਾਰ, ਮੋਹ ਤੇ ਤੀਜੀ ਈਰਖਾ ਜੀ। ਤਿੰਨੋਂ ਚੀਜ਼ਾਂ ਚੋਂ ਇੱਕ ਚੀਜ਼ ਵੀ ਬੰਦੇ ਦੇ ਅੰਦਰ ਹੋਵੇ ਤੇ ਦੋ ਆਪੇ ਹੀ ਆ ਜਾਂਦੀਆਂ ਜੀ, ਤੇ ਤੰਗ ਕਰਦੀਆਂ ਪੂਰੀਆਂ ਜੀ। ਗਏ ਮਾਣ ਛੱਡ ਦਿਓ, ਮਾਣ ਆ ਮੈਂ ਵੀ ਕੁਝ ਹੈਗਾ ਜੀ, ਬੜੀ ਇਹ ਚੀਜ਼ ਸਤਾਉਂਦੀ ਬੰਦੇ ਨੂੰ ਜੀ। ਮਾਣ ਮੋਹ ਇਹ ਮੇਰਾ ਹੈਗਾ ਜੀ। ਈਰਖਾ ਉਹਨੂੰ ਕੁਝ ਮਿਲਿਆ ਵੇਖ ਕੇ ਸੜਨਾ ਜੀ। ਇਹ ਚੀਜ਼ਾਂ ਛੱਡ ਦਿਓ ਮਹਾਰਾਜ ਕਹਿਣ ਲੱਗੇ। ਹੁਣ ਦੱਸੋ ਇੱਕ ਵੀ ਛੱਡਣੀ ਸੌਖੀ ਹੈਗੀ ਜੀ ਕਿਤੇ ਜੀ? ਬੜਾ ਔਖਾ ਕੰਮ ਹੈਗਾ ਜੀ। ਇਹਦੇ ਵਾਸਤੇ ਬਹੁਤ ਅਭਿਆਸ ਦੀ ਲੋੜ ਹੈਗੀ ਜੀ, ਬੜਾ ਨਾਮ ਜਪਣਾ ਪੈਂਦਾ, ਫਿਰ ਜਾ ਕੇ ਸਹਿਜੇ ਸਹਿਜੇ ਬੰਦੇ ਅੰਦਰ ਨਿਮਰਤਾ ਟਿਕਦੀ, ਸਹਿਜੇ ਸਹਿਜੇ ਜੀ। ਹਾਂਜੀ। ਪਰ ਕਾ ਬੁਰਾ ਨ ਰਾਖੋ ਚੀਤ। ਇਹ ਮਹਾਰਾਜ ਦਾ ਸ਼ਬਦ ਵੀ ਹੈ ਬਾਣੀ ਵਿੱਚ ਜੀ। ਮਹਾਰਾਜ ਕਹਿਣ ਲੱਗੇ ਕਿਸੇ ਦੂਜੇ ਦਾ ਬੁਰਾ ਨਾ ਆਪਣੇ ਮਨ 'ਚ ਰੱਖਿਓ, ਵੀ ਅਸੀਂ ਇਹਦਾ ਬੁਰਾ ਕਰਨਾ, ਅਸੀਂ ਇਹਦੇ ਨਾਲ ਇੰਜ ਕਰਨਾ। ਛੋਟੀ ਜਿਹੀ ਗੱਲ ਹੋ ਜੇ, ਪੱਕੀਆਂ ਗੰਢਾਂ ਬੰਦੇ ਦੇ ਅੰਦਰ ਪੈ ਜਾਂਦੀਆਂ, ਬੰਦਾ ਦੂਜੇ ਦਾ ਬੁਰਾ ਛੱਡਦਾ ਨਹੀਂ ਜੀ ਆਪਣੇ ਮਨ 'ਚੋਂ ਜੀ। ਹਾਂਜੀ। ਤੁਮਕੋ ਦੁੱਖ ਨਾ ਹੋਏ ਕਿਸ ਰੀਤ। ਮਹਾਰਾਜ ਕਹਿਣ ਲੱਗੇ ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਮਨ 'ਚ ਬੁਰਾ ਨਾ ਰੱਖੋ, ਤੁਹਾਨੂੰ ਵੀ ਦੁੱਖ ਨਹੀਂ ਲੱਗੇਗਾ। ਬਾਣੀ ਦੀ ਪੰਕਤੀ ਸੁਣ ਲਓ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੇ ਬੰਦਾ ਕੀ ਕਰਦਾ ਜੀ? ਹਾਂਜੀ। ਬੰਦਾ ਕਹਿੰਦਾ ਵੀ ਗਵਾਂਢੀਆਂ ਦੇ ਦਰਵਾਜ਼ੇ ਅੱਗੇ ਵੱਡਾ ਟੋਇਆ ਹੋ ਜੇ ਤੇ ਘਰੋਂ ਹੀ ਨਾ ਨਿਕਲਿਆ ਕਰਨ ਦੀਏ। ਹਾਂਜੀ। ਦੂਜੇ ਦਾ ਬੁਰਾ ਸੋਚਣਾ, ਤੇ ਦੂਜੇ ਦਾ ਬੁਰਾ ਸੋਚ ਕੇ ਤੁਸੀਂ ਵੇਖੋ ਨਾਲੇ ਆਪਣਾ ਵੀ ਹੋਣਾ ਸ਼ੁਰੂ ਹੋ ਜਾਂਦਾ ਜੀ। ਇਹ ਗੱਲਾਂ ਤੱਤ ਨੇ ਜੀ। ਮੈਨੂੰ ਇੱਕ ਸਿੰਘ ਨੇ ਗੱਲ ਸੁਣਾਈ, ਕਹਿੰਦਾ ਮੇਰੀ ਨਾ ਇੱਕ ਸਿੰਘ ਨਾਲ ਈਰਖਾ ਸੀਗੀ, ਮੈਂ ਉਹਦੇ ਬਾਰੇ ਜਦੋਂ ਬੁਰਾ ਸੋਚਣਾ ਨਾ ਜੀ, ਈਰਖਾ ਵਾਲੀਆਂ ਗੱਲਾਂ ਕਰਨੀਆਂ, ਕੁਦਰਤੀ ਮੇਰੇ ਨਾਲ ਵੀ ਬੁਰਾ ਹੀ ਹੋਈ ਜਾਣਾ। ਕਹਿਣ ਲੱਗਾ ਮੇਰੇ ਨਾਲ ਵੀ ਬੁਰਾ ਹੋਈ ਜਾਣਾ ਜੀ। ਜਿਸ ਦਿਨ ਦੀ ਮੈਂ ਉਹਦੇ ਨਾਲੋਂ ਈਰਖਾ ਛੱਡੀ ਹੈ, ਮੇਰਾ ਵੀ ਭਲਾ ਹੋਣਾ ਸ਼ੁਰੂ ਹੋ ਗਿਆ। ਕਹਿਣ ਲੱਗਾ ਜਦੋਂ ਮੈਂ ਉਹਦੇ ਬਾਰੇ ਬੁਰਾ ਸੋਚਣਾ, ਮੇਰੇ ਘਰ ਦੀ ਕੋਈ ਲੀਲਾ ਵਰਤ ਜਾਣੀ। ਕਹਿਣ ਲੱਗੇ ਮਹਾਰਾਜ ਤਿੰਨਾਂ ਨੂੰ ਉਪਦੇਸ਼ ਦੇ ਰਹੇ। ਮਹਾਰਾਜ ਕਹਿੰਦੇ ਬੁਰਾ ਨਾ ਸੋਚਿਓ ਕਿਸੇ ਦਾ। ਹਾਂਜੀ। ਮਿਲਹੁ ਬਿਕਸ ਗੁਰ ਸਿੱਖਨ ਸਾਥ। ਗੁਰ ਸਿੱਖਾਂ ਦੇ ਨਾਲ ਮਿਲੋ ਤੇ ਗੁਰਸਿੱਖਾਂ ਨਾਲ ਮਿਲ ਕੇ ਖੁਸ਼ ਹੋਇਆ ਕਰੋ। ਕਹਿਣ ਲੱਗੇ ਖੁਸ਼ ਹੋਇਆ ਕਰੋ। ਹਾਂਜੀ। ਬੰਦਹੁ ਭਾਉ ਸੰਗ ਜੁਗ ਹਾਥ। ਦੋਵੇਂ ਹੱਥ ਜੋੜ ਕੇ ਇੱਕ ਦੂਜੇ ਨੂੰ ਨਮਸਕਾਰ ਕਰਿਆ ਕਰੋ, ਪ੍ਰੇਮ ਨਾਲ ਮਿਲਿਆ ਕਰੋ। ਮਹਾਰਾਜ ਕਹਿਣ ਲੱਗੇ ਬਹੁਤ ਕੁਝ ਮਿਲੇਗਾ, ਬਹੁਤ ਕੁਝ ਮਿਲੇਗਾ। ਹਾਂਜੀ। ਮਿੱਠਾ ਬੋਲਨ ਅਰ ਨਿਵ ਚਲਨਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਮਹਾਰਾਜ ਕਹਿੰਦੇ ਮਿੱਠਾ ਬੋਲਣਾ, ਨੀਵੇਂ ਰਹਿ ਕੇ ਚੱਲਣਾ ਜੀ। ਹਾਂਜੀ। ਵੰਡ ਖਾਵਣਾ ਹਿਤ ਧਰ ਮਿਲਣਾ। ਜੋ ਮਿਲਣਾ ਉਹਨੂੰ ਵੰਡ ਕੇ ਛਕਣਾ ਜੀ। ਹਿੱਤ ਧਾਰ ਕੇ, ਪ੍ਰੇਮ ਧਾਰ ਕੇ ਹਰ ਇੱਕ ਨੂੰ ਮਿਲਣਾ। ਜਿਨ੍ਹਾਂ ਨਾਲ ਸਾਡਾ ਪਿਆਰ ਹੈ ਉਹਨਾਂ ਨੂੰ ਤੇ ਬੰਦਾ ਬੜੀ ਖੁਸ਼ੀ ਨਾਲ ਮਿਲਦਾ ਜੀ। ਜਿਹਦੇ ਨਾਲ ਨਹੀਂ ਬਣਦੀ ਉਹਨੂੰ ਨਹਿਰੀ ਅੱਖੀ ਵੇਖਦਾ ਜੀ, ਇਹ ਕਿੱਧਰੋਂ ਆ ਗਿਆ ਹੁੰਦਾ ਨਾ ਜੀ। ਇੰਝ ਬੰਦਾ ਉਹਨੂੰ ਨਹਿਰੀ ਅੱਖੀ ਵੇਖਦਾ। ਸੁਭਾਅ ਹੈ ਨਾ ਸਾਡੀ, ਕਮਾਈ ਨਹੀਂ ਹੈਗੀ ਜੀ। ਕਮਾਈ ਨਾ ਹੋਣੇ ਕਰਕੇ ਇਹ ਗੱਲਾਂ ਅੰਦਰੋਂ ਨਹੀਂ ਨਿਕਲਦੀਆਂ ਜੀ। ਜਿਉਂ ਜਿਉਂ ਤੁਸੀਂ ਰੱਬ ਦਾ ਨਾਮ ਜਪਣਾ ਸ਼ੁਰੂ ਕਰਦੇ ਹੋ, ਇਹ ਗੁਣ ਆਪੇ ਹੀ ਸਾਰੇ ਆਉਣ ਲੱਗ ਪੈਂਦੇ ਜੀ। ਜੇ ਕਿਤੇ ਨਾਮ ਜਪਣ ਵਾਲਾ ਕਿਸੇ ਨਾਲ ਕੌੜਾ ਵੀ ਬੋਲ ਬੈਠੇ ਨਾ, ਉਹਦਾ ਮਨ ਬੜਾ ਨਰਮ ਹੁੰਦਾ ਜੀ। ਉਹਨੇ ਸੋਚਣਾ ਮੈਂ ਕੌੜਾ ਕਿਉਂ ਬੋਲਿਆ, ਫਿਰ ਛੇਤੀ ਮਿੱਠਾ ਬੋਲ ਕੇ ਆਪਣੀ ਗਲਤੀ ਸੁਧਾਰੇਗਾ ਜੀ ਉਹ।
ਛੇਤੀ ਬੋਲ ਕੇ, ਕਿਉਂ? ਉਹਨੂੰ ਪਤਾ ਇਹ ਗੱਲ ਮੇਰੀ ਭਗਤੀ ਦੇ ਰਸਤੇ ਦੇ ਉੱਤੇ ਰੁਕਾਵਟ ਹੈਗੀ ਹੈ ਜੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਵੰਡ ਖਾਣਾ ਸਭਨਾਂ ਨੂੰ ਪ੍ਰੇਮ ਨਾਲ ਮਿਲਣਾ ਜੀ। ਹਾਂਜੀ, ਧਰਮ ਕਿਰਤ ਤੇ ਕਰਨ ਆਹਾਰਾ। ਹਾਂ, ਭੋਜਨ ਜਿਹੜਾ ਛਕਣਾ ਉਹ ਧਰਮ ਦੀ ਕਿਰਤ ਦਾ ਹੋਵੇ ਜੀ। 2 ਨੰਬਰ ਦੀ ਕਮਾਈ ਦਾ ਭੋਜਨ ਖਾ ਕੇ ਬੰਦਾ ਕਹੇ ਮੈਂ ਨਾਮ ਜਪਣਾ, ਨਿਰੀ ਗੱਪ ਹੈਗੀ ਹੈ ਜੀ। 2 ਨੰਬਰ ਦੀ ਕਮਾਈ, ਚੋਰੀ ਦੀ ਕਮਾਈ, ਉਹ ਖਾ ਕੇ ਨਾਮ ਨਹੀਂ ਜਪਿਆ ਜਾ ਸਕਦਾ ਜੀ। ਇੱਕ ਗੁਰਮੁਖ ਪਾਕਿਸਤਾਨ ਤੋਂ ਗ੍ਰੰਥੀ ਸਿੰਘ ਆਏ, ਕਿਸੇ ਪਿੰਡ 'ਚ ਗ੍ਰੰਥੀ ਸਿੰਘ ਦਾ ਕੰਮ ਕਰਨ, ਸੇਵਾ ਕਰਨ ਲੱਗ ਪਏ ਜੀ। ਇੱਕ ਸੇਵਾਦਾਰ ਨਾਲ ਮਿਲਿਆ ਜੀ। ਉਹਨਾਂ ਦੀ ਰੋਜ਼ ਰੱਸੀ ਤਿਆਰ ਕਰਦੇ ਗ੍ਰੰਥੀ ਸਿੰਘ, ਉਹਦੇ ਤੋਂ ਉਹ ਬਾਜ਼ਾਰ 'ਚ ਸੇਵਾਦਾਰ ਵੇਚਦਾ, ਉਹ ਜਿਹੜੀ ਕਮਾਈ ਸੀ ਨਾ ਉਹਦਾ ਉਹ ਭੋਜਨ ਛਕਦਾ ਜੀ ਗ੍ਰੰਥੀ ਸਿੰਘ। ਤੇ ਨਾਮ ਵੀ ਜਪਣਾ ਜੀ ਉਹਨੇ। ਇੱਕ ਦਿਨ ਨਾਮ ਜਪਦਿਆਂ ਸੁਰਤ ਨਾਲ ਜੁੜੀ ਜੀ ਉਹਦੀ ਜੀ। ਜਦੋਂ ਉਹਦੀ ਸੁਰਤ ਨਾਲ ਜੁੜੀ, ਉਹਨੇ ਸੇਵਾਦਾਰ ਨੂੰ ਸੱਦਿਆ ਵੀ ਅੱਜ ਪ੍ਰਸ਼ਾਦਾ ਕਿਵੇਂ ਤਿਆਰ ਕੀਤਾ ਸੀ। ਅਸੀਂ ਨਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਸੰਗਤ ਜੀ। ਜਿੱਦਣ ਇਹਨਾਂ ਗੱਲਾਂ ਵੱਲ ਧਿਆਨ ਦੇਣ ਲੱਗ ਪਏ ਨਾ, ਜਿੱਥੋਂ ਮਰਜ਼ੀ ਖਾਣਾ ਬੰਦ ਕਰ ਦਿਆਂਗੇ। ਉਹ ਸੇਵਾਦਾਰ ਕਹਿੰਦਾ ਜੀ ਜਿਵੇਂ ਰੋਜ਼ ਤਿਆਰ ਕਰੀਦਾ। ਤੁਹਾਡੀ ਕਿਰਤ ਦੀ ਕਮਾਈ ਦਾ ਪ੍ਰਸ਼ਾਦਾ ਤੁਹਾਨੂੰ ਛਕਾਇਆ। ਉਹ ਹੋਰ ਡੂੰਘੇ ਗਏ। ਕਹਿੰਦੇ ਅੱਛਾ, ਬਾਲਣ ਕਿਹੜਾ ਬਾਲਿਆ ਸੀਗਾ? ਕਹਿੰਦਾ ਪਾਥੀਆਂ ਬਾਲੀਆਂ ਸੀ। ਕਹਿਣ ਲੱਗੇ ਪਾਥੀਆਂ ਕਿਹਦੇ ਘਰੋਂ ਆਈਆਂ? ਉਹਨੂੰ ਸੱਦਿਆ। ਉਹ ਕਹਿਣ ਲੱਗਾ ਵੀ ਮੇਰੇ ਘਰੋਂ ਪਾਥੀਆਂ ਆਈਆਂ। ਕਹਿੰਦੇ ਦੱਸ ਪਸ਼ੂ ਤੇਰੇ ਆਪਣੇ ਆ? ਕਹਿੰਦਾ ਨਹੀਂ, ਮੱਝ ਚੋਰੀ ਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਚੋਰੀ ਦੀ ਮੱਝ, ਉਹਦਾ ਗੋਇਆ, ਉਹਦੀਆਂ ਪਾਥੀਆਂ, ਉਹਦੇ ਤੇ ਪ੍ਰਸ਼ਾਦਾ ਪਕਿਆ ਤੇ ਸੁਰਤ ਨਾਮ 'ਚ ਨਹੀਂ ਤੇ ਜੁੜੀ ਜੀ। ਤੇ ਜਿਹੜਾ ਸਿੱਧਾ ਹੀ ਰਿਸ਼ਵਤ ਦੀ ਕਮਾਈ ਖਾਂਦਾ, ਉਹਦੀ ਸੁਰਤ ਨਾਮ 'ਚ ਜੁੜ ਜਾਏਗੀ ਜੀ? ਕਦੇ ਵੀ ਨਹੀਂ ਜੁੜ ਸਕਦੀ ਜੀ, ਕਦੇ ਵੀ ਨਹੀਂ ਜੁੜ ਸਕਦੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਧਰਮ ਕਿਰਤ ਤੇ ਕਰਨ ਆਹਾਰਾ। ਧਰਮ ਦੀ ਕਿਰਤ ਕਰਨੀ ਹੈ, ਉਹਦਾ ਪ੍ਰਸ਼ਾਦਾ ਛਕਣਾ ਕਹਿਣ ਲੱਗੇ। ਹਾਂਜੀ, ਪੰਚਹੁ ਕਰਮ ਦੇਤ ਸੁਖ ਸਾਰਾ। 5 ਕਰਮ ਕਰਨੇ ਸ਼ੁਰੂ ਕਰ ਦਿਓ, ਸੁੱਖ ਮਿਲਣਾ ਸ਼ੁਰੂ ਹੋ ਜਾਏਗਾ। ਕਿਸੇ ਦਾ ਬੁਰਾ ਨਹੀਂ ਮਨ 'ਚ ਰੱਖਣਾ। ਹਾਂਜੀ, ਗੁਰਸਿੱਖਾਂ ਨੂੰ ਪ੍ਰੇਮ ਨਾਲ ਮਿਲਣਾ, ਮਿੱਠਾ ਬੋਲਣਾ, ਨਿਭ ਕੇ ਚੱਲਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਕੇ ਛਕਣਾ। ਇਹ ਕੰਮ ਕਰਨ ਲੱਗ ਪਓ, ਜ਼ਿੰਦਗੀ ਸੌਖੀ ਹੋ ਜਾਏਗੀ। ਸੰਗਤ ਜੀ, ਜਿਹੜਾ ਬੰਦਾ ਇਹ ਕੰਮ ਨਹੀਂ ਕਰਦਾ, ਉੱਤੋਂ ਜਿੰਨੀ ਮਰਜ਼ੀ ਮਾਇਆ ਹੋਵੇ, ਮਨੋਂ ਦੁਖੀ ਰਹੇਗਾ ਜੀ ਉਹ। ਮੈਂ ਰੋਂਦੇ ਹੋਏ ਬੰਦੇ ਵੀ ਵੇਖੇ ਜੀ ਆਪਣੀ ਜ਼ਿੰਦਗੀ 'ਚ, ਜਿਹੜੇ ਇਹ ਕੰਮ ਨਹੀਂ ਨਾ ਕਰਦੇ, ਪੈਸੇ ਬੜੇ, ਰੋਂਦੇ ਹੋਏ ਵੇਖੇ ਜੀ। ਤੇ ਮੈਂ ਉਹ ਵੀ ਗੁਰਮੁਖ ਵੇਖੇ 'ਚ ਜਿਹੜੇ ਬਾਣੀ ਪੜ੍ਹਦੇ, ਧਰਮ ਦੀ ਕਿਰਤ ਕਰਦੇ, ਪੈਸੇ ਤਾਂ ਨਹੀਂ 'ਚ ਹੈਗੇ ਪਰ ਹੈਗੇ ਸੁਖੀ 'ਚ ਉਹ ਜੀ। ਹਾਂਜੀ, ਇਹ ਸਭ ਕਰਹੁ ਵਿਸਾਰਹੁ ਨਾਹੀ। ਮਹਾਰਾਜ ਕਹਿੰਦੇ ਪਿਆਰਿਓ, ਇਹ ਗੱਲਾਂ ਭੁਲਾ ਨਾ ਬੈਠਿਓ। ਕਹਿਣ ਲੱਗੇ ਇਹ ਸਭ ਕਰੋ ਜੋ ਤੁਹਾਨੂੰ ਆਖਿਆ। ਹਾਂਜੀ, ਹੋਏ ਕਲਿਆਣ ਗ੍ਰਸਤ ਕੇ ਮਾਹੀ। ਲਓ, ਘਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਟੱਬਰ ਵਿੱਚ ਰਹਿੰਦਿਆਂ, ਫੈਮਿਲੀ 'ਚ ਰਹਿੰਦਿਆਂ ਤੁਹਾਡਾ ਕਲਿਆਣ ਹੋ ਜਾਏਗਾ। ਕਹਿਣ ਲੱਗੇ ਤੁਹਾਡਾ ਭਲਾ ਹੋ ਜਾਏਗਾ ਜੀ। ਹਾਂਜੀ, ਪਰਿਵਾਰ 'ਚ ਰਵੇ, ਜੀਆ ਜੰਤ 'ਚ ਰਹੇ, ਬੱਚਿਆਂ 'ਚ ਰਵੇ, ਕਿਸੇ ਦਾ ਬੁਰਾ ਨਾ ਸੋਚੇ, ਧਰਮ ਦੀ ਕਿਰਤ ਕਰਕੇ ਪ੍ਰਸ਼ਾਦਾ ਛਕੇ, ਗੁਰਸਿੱਖਾਂ ਨੂੰ ਮਿਲੇ ਤੇ ਵੰਡ ਕੇ ਖਾਵੇ। ਇਹ ਕੰਮ ਕਰੇ, ਗ੍ਰਸਤੀ ਦਾ ਕਲਿਆਣ ਹੋ ਜਾਏਗਾ ਜੀ। ਜਿਹੜੇ ਬੰਦੇ ਕਹਿੰਦੇ ਨਾ ਅਸੀਂ ਜੀਆ ਜੰਤ ਵਾਲੇ ਕਦੀ ਨਾਮ ਨਹੀਂ ਜਪਦੇ, ਉਹਨਾਂ ਦਾ ਵੀ ਭਲਾ ਹੋ ਜਾਏਗਾ ਜੀ। ਹਾਂਜੀ, ਸੁਨ ਕਰ ਸਤਿਗੁਰ ਕੋ ਉਪਦੇਸ਼। ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਉਹਨਾਂ ਫਿਰ ਧਿਆਨ ਨਾਲ ਸੁਣਿਆ ਜੀ। ਤੇ ਫਿਰ ਉਪਦੇਸ਼ ਸੁਣਿਆ ਹੀ ਬਸ ਜੀ ਨਹੀਂ। ਹਾਂਜੀ, ਕਰਿਓ ਕਮਾਵਨ ਕਟੇ ਕਲੇਸ਼। ਉਹਨਾਂ ਫਿਰ ਗੁਰੂ ਜੀ ਦੇ ਬਚਨ ਕਮਾਉਣੇ ਵੀ ਸ਼ੁਰੂ ਕੀਤੇ ਜੀ। ਬਚਨ ਕਮਾਉਂਦਿਆਂ ਕਮਾਉਂਦਿਆਂ
ਉਹਨਾਂ ਦੇ ਕਲੇਸ਼ ਕੱਟੇ ਗਏ, ਗ੍ਰਸਤੀ 'ਚ ਰਹਿੰਦਿਆਂ ਹੀ ਮਹਾਂਪੁਰਖ ਬਣ ਗਏ ਜੀ। ਬਹੁਤ ਐਸੇ ਗੁਰਮੁਖ ਅੱਜ ਵੀ ਸਿੱਖ ਪੰਥ ਵਿੱਚ ਹੈਗੇ ਨੇ ਜਿਹੜੇ ਗ੍ਰਸਤੀ ਨੇ, ਪਰ ਕਿਸੇ ਸੰਤ ਤੋਂ ਘੱਟ ਨਹੀਂ ਹੈਗੇ ਜੀ। ਉਹ ਜੀ ਆਪਣਾ ਨਾਮ ਜਪਦੇ, ਕਿਰਤ ਕਰਦੇ, ਕਮਾਈ ਕਰਦੇ, ਕਿਸੇ ਦਾ ਬੁਰਾ ਨਹੀਂ ਕਰਦੇ, ਸੰਤਾਂ ਵਰਗੇ ਨੇ, ਸੰਤਾਂ ਵਰਗੇ ਜੀ। ਉਹ ਬੜੀ ਬੜੀ ਅਵਸਥਾ ਜੀ ਉਹਨਾਂ ਦੀ। ਸੋ ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਉਪਦੇਸ਼ ਸੁਣੋ, ਉਹਨੂੰ ਹਿਰਦੇ 'ਚ ਵਸਾਓ ਤੇ ਮੰਨਣ ਲੱਗ ਪਓ। ਗੁਰੂ ਅਰਜਨ ਦੇਵ ਜੀ ਕਹਿੰਦੇ ਜੋ ਸੋਚੋਗੇ ਮਿਲਣ ਲੱਗ ਪਏਗਾ। ਹਾਂਜੀ। ਦੋਹਰਾ ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ। ਹੁਣ ਉਹ ਤੇ 3 ਸਿੱਖ ਚਲੇ ਗਏ ਜੀ। ਉਹਨਾਂ ਨੂੰ ਮਹਾਰਾਜ ਨੇ ਬਚਨ ਦਿੱਤੇ, ਉਹਨਾਂ ਕਮਾਉਣੇ ਸ਼ੁਰੂ ਕਰਤੇ। ਬੜੇ ਧੀਰਜਵਾਨ, ਹੌਸਲੇ ਵਾਲੇ, ਵੱਖ-ਵੱਖ ਗੁਣ ਹੁੰਦੇ ਸੰਗਤ ਜੀ ਬੰਦਿਆਂ 'ਚ। ਕਈ ਬੰਦੇ ਨਾਮ ਤੇ ਬੜਾ ਜਪਦੇ, ਕਾਲੇ ਪੈਣ ਲੱਗ ਪੈਂਦੇ ਜੀ, ਛੇਤੀ ਕਾਲੇ ਪੈ ਜਾਂਦੇ ਜੀ। ਹਾਂਜੀ, ਕਈ ਨਾ ਕਾਲੇ ਪੈਂਦੇ ਆ, ਧੀਰਜ 'ਚ ਰਹਿੰਦੇ ਆ। ਹਾਂਜੀ, ਉਹਨਾਂ ਅੰਦਰ ਹੌਸਲਾ ਬੜਾ ਹੁੰਦਾ, ਕੋਈ ਜੋ ਮਰਜ਼ੀ ਕਹਿ ਦੇ ਉਹਨਾਂ ਨੂੰ ਜੀ। ਇਸੇ ਤਰ੍ਹਾਂ ਦਾ ਇੱਕ ਸਿੱਖ ਹੈ ਜਿਹਦਾ ਨਾਮ ਹੈ ਭਾਈ ਤੁਲਸੀਆ ਜੀ। ਭਾਈ ਨਿਹਾਲੂ ਨਾਮ ਹੈ, ਤੁਲਸੀਆ ਗੋਤ ਹੈ ਉਹਦੀ ਜੀ। ਨਾਲ ਉਹਦੇ ਭਾਈ ਬੂਲਾ ਹੈ, ਭਾਈ ਬੂਲਾ ਦੀ ਗੋਤ ਚੰਡੀਆ ਜੀ। ਹਾਂਜੀ। ਸ਼੍ਰੀ ਗੁਰ ਅਰਜਨ ਸ਼ਰਨ ਕੋ, ਜਾਨੀ ਮਨ ਸੁਖਦਾਏ। ਉਹਨਾਂ ਸੁਣਿਆ ਮਹਾਰਾਜ ਦਾ ਜਸ, ਨਾਮ ਜਪਦੇ ਸਨ। ਮਨ ਵਿੱਚ ਸੋਚਿਆ, ਮਨਾ ਐਵੇਂ ਕੰਮਾਂ ਵਿੱਚ ਫਸਿਆ ਫਿਰਦਾ, ਚੱਲ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਸਾਰੇ ਸੁੱਖ ਮਿਲਣਗੇ। ਗੁਰੂ ਜੀ ਦੇ ਚਰਨਾਂ 'ਚ ਸਾਰੇ ਸੁੱਖ ਮੰਨ ਕੇ ਉਹ ਗੁਰੂ ਜੀ ਦੇ ਚਰਨਾਂ 'ਚ ਆ ਗਏ ਜੀ, ਜਿਨ੍ਹਾਂ ਪੱਕੀਆਂ ਹੀ ਜ਼ਿੰਦਗੀਆਂ ਇਸ ਪਾਸੇ ਲਾਈਆਂ ਜੀ। ਹਾਂਜੀ। ਚੌਪਈ ਬੈਠ ਨਿਕਟ ਸਤਿਗੁਰ ਕੇ ਸੋਏ। ਹਾਂਜੀ। ਕੀਰਤਨ ਹੋਤ ਸ਼ਰਵਨ ਹੋਏ ਜੋਏ। ਉਹ ਆ ਗਏ ਮਹਾਰਾਜ ਦੀ ਹਜ਼ੂਰੀ 'ਚ। ਕੀ ਨਾਮ ਭਲਾ? ਭਾਈ ਨਿਹਾਲੂ ਜੀ, ਭਾਈ ਬੂਲਾ ਜੀ। ਜਦੋਂ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿੱਚ ਆਏ, ਸਤਿਗੁਰੂ ਜੀ ਦੀ ਹਜ਼ੂਰੀ 'ਚ ਕੀਰਤਨ ਹੋ ਰਿਹਾ ਸੀਗਾ। ਕੀਰਤਨ ਸੁਣਨ ਲੱਗ ਪਏ ਜੀ ਉਹ। ਹਾਂਜੀ। ਸ਼੍ਰੀ ਨਾਨਕ ਕੀ ਉਪਮਾ ਮਹਾ। ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਹੋ ਰਹੀ ਸੀਗੀ ਜੀ। ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੇ ਸ਼ਬਦ ਪੜ੍ਹ ਰਹੇ ਸਨ। ਹੁਣ ਤੇ ਵਾਹਿਗੁਰੂ ਮਿਹਰ ਕਰੇ, ਸਿਆਣੇ ਰਾਗੀ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਤੇ ਆਮ ਰਾਗੀ ਨੂੰ ਨਹੀਂ ਪਤਾ ਲੱਗਦਾ ਵੀ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਜੀ। ਗੁਰੂ ਜੀ ਦੀ ਵਡਿਆਈ ਵਾਲਾ ਕੀਰਤਨ ਕਰ ਰਹੇ ਸੀਗੇ ਜੀ। ਜਦੋਂ ਉਹਨਾਂ ਨੇ ਸੁਣੀ ਜੀ ਵਡਿਆਈ ਮਹਾਰਾਜ ਦੀ ਕੀਰਤਨ ਦੇ ਰੂਪ 'ਚ। ਹਾਂਜੀ। ਸੁਨਤ ਵਿਚਾਰਤ ਬੈਠੇ ਤਹਾਂ। ਉਹ ਸੁਣਦੇ ਸੁਣਦੇ ਨਾ ਵਿਚਾਰਨ ਲੱਗ ਪਏ ਜੀ। ਬਾਣੀ ਵਿੱਚ ਮਹਾਰਾਜ ਨੇ ਸਭ ਭਰਮ ਦੂਰ ਕੀਤੇ। ਸਿੱਖੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਜਦੋਂ ਐਸਾ ਕੀਰਤਨ ਸੁਣਿਆ ਉਹਨਾਂ ਨੇ, ਉਹ ਵਿਚਾਰਨ ਲੱਗ ਪਏ ਜੀ। ਹਾਂਜੀ। ਸਭ ਕੇ ਉਰ ਸੰਸੈ ਹੋਏ ਆਵਾ। ਨਰ ਗਨ ਪ੍ਰਥਮ ਝਗਰ ਜਿਮ ਪਾਵਾ। ਹਾਂਜੀ। ਹਾਥ ਜੋਰ ਸੋ ਬੂਝਨ ਲਾਗੇ। ਹਾਂਜੀ। ਸਿੱਖ ਬਨਨ ਮਹਿ ਮਨ ਅਨੁਰਾਗੇ। ਉਹ ਫਿਰ ਨਾ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ। ਉਹਨਾਂ ਦਾ ਮਨ ਸੀਗਾ ਵੀ ਅਸੀਂ ਗੁਰੂ ਜੀ ਦੇ ਸਿੱਖ ਬਣੀਏ ਜੀ। ਹਾਂਜੀ। ਸੁਨਹੁ ਗੁਰੂ ਜੀ ਲੋਕ ਅਨੇਕ। ਮਿਲ ਕਰ ਝਗਰਤ ਹੀਨ ਵਿਵੇਕ। ਹੇ ਸੱਚੇ ਪਾਤਸ਼ਾਹ, ਹੀ ਵਿਚਰਦੇ ਆ, ਵਿਚਰਦਿਆਂ ਪਤਾ ਲੱਗਾ ਲੋਕ ਝਗੜਾ ਬੜਾ ਕਰਦੇ ਜੀ। ਤੁਸੀਂ ਵੇਖੋ ਸਾਡੇ 'ਚ ਮੂਲ ਮੰਤਰ ਤੇ ਝਗੜਾ ਹੈਗਾ ਜੀ। ਝਗੜਾ ਨਹੀਂ ਮੁੱਕਦਾ ਜੀ। ਕੋਈ ਗੁਰਪ੍ਰਸਾਦ ਤੱਕ ਹੈਗਾ, ਕੋਈ ਨਾਨਕੋ ਸਿੱਪੀ ਸੱਚ ਤੱਕ ਮੰਨਦਾ ਜੀ। ਗੱਲ ਤੇ ਕਮਾਈ ਕਰਨ ਦੀ ਹੈਗੀ, ਜਿੰਨਾ ਕੋਈ ਜਪ ਲੇ ਜੀ। ਮਹਾਰਾਜ ਸੁਣੋ ਗੁਰੂ ਜੀ ਲੋਕ ਅਨੇਕ, ਅਨੇਕਾਂ ਲੋਕ ਮਿਲ ਕੇ ਝਗੜਾ ਕਰਦੇ ਜਿਹੜੇ ਗਿਆਨ ਤੋਂ ਹੀਣੇ ਹੈ। ਜਿਹੜਾ ਬੰਦਾ ਬਹਿਸ ਕਰੇ ਨਾ, ਸਮਝੋ ਉਹਨੂੰ ਗਿਆਨ ਨਹੀਂ ਹੈਗਾ ਜੀ। ਹਾਂਜੀ। ਤਿੰਨ ਮਹ ਬੈਠਤ ਭਇਓ ਸੰਦੇਹੂ। ਅਸੀਂ ਵੀ ਇੱਕ ਦਿਨ ਉਹਨਾਂ 'ਚ ਬੈਠੇ ਮਹਾਰਾਜ, ਸਾਡੇ ਮਨ 'ਚ ਨਾ ਸ਼ੱਕ ਪੈਦਾ ਹੋ ਗਿਆ। ਬਹਿਸ ਵਿੱਚ ਬੰਦਾ ਬਹਿਸ ਸੁਣੇ ਹੀ ਨਾ ਜੀ ਕਿਸੇ ਦੀ ਜੀ। ਹਾਂਜੀ। ਸੁਣ ਕੇ
ਉਲਟਾ ਹੀ ਮਨ 'ਚ ਕੁਝ ਨਾ ਕੁਝ ਹੋਰ ਚੱਲਣ ਲੱਗ ਪੈਂਦਾ ਜੀ। ਹਾਂਜੀ। ਤੁਮ ਸਰਬੱਗ ਸੋ ਉੱਤਰ ਦੇਹੂ। ਮਹਾਰਾਜ ਆਪ ਸਮਰੱਥੋਂ, ਸੱਚੇ ਪਾਤਸ਼ਾਹ ਆਪ ਉੱਤਰ ਦਿਓ। ਹਾਂਜੀ। ਕੇਤਿਕ ਗੁਰ ਨਾਨਕ ਅਵਤਾਰ। ਹਾਂਜੀ। ਜਨ ਕਾਦਿਕ ਕੇ ਕਰਹਿ ਉਚਾਰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੁਸੀਂ ਹੁਣੇ ਸ਼ਬਦ ਸਿੱਖਾਂ ਨੇ ਪੜ੍ਹਿਆ, ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ। ਮਹਾਰਾਜ ਸਿੱਖਾਂ ਸ਼ਬਦ ਪੜ੍ਹਿਆ, ਇਹੋ ਜੀ ਗੱਲ ਦਾ ਬਾਹਰ ਸ਼ੰਕਾ ਉੱਠ ਰਿਹਾ ਸੀਗਾ। ਕਈ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਰਾਜੇ ਜਨਕ ਦਾ ਅਵਤਾਰ ਨੇ। ਹਾਂਜੀ। ਕੇਤਿਕ ਕਹੈ ਬਿਸ਼ਨ ਕੋ ਰੂਪ। ਕਈ ਕਹਿੰਦੇ ਨਹੀਂ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਵਿਸ਼ਨੂੰ ਜੀ ਦਾ ਅਵਤਾਰ ਨੇ, ਉਹਨਾਂ ਦਾ ਰੂਪ ਨੇ। ਹਾਂਜੀ। ਧਰ ਕਰ ਕੀਨੇ ਚਲਿਤ ਅਨੂਪ। ਵਿਸ਼ਨੂੰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰ ਕੇ ਅਨੇਕਾਂ ਕੌਤਕ ਕੀਤੇ। ਮਹਾਰਾਜ ਕਈ ਇਹ ਗੱਲ ਕਹਿੰਦੇ ਆ। ਹਾਂਜੀ। ਇਤਿਆਦਿਕ ਬਹੁ ਕਹੈ ਬਨਾਏ। ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਆਪੋ ਆਪਣੀ ਮਤ ਅਨੁਸਾਰ ਮਹਾਰਾਜ ਲੋਕ ਬੜੀਆਂ ਹੀ ਗੱਲਾਂ ਬਣਾ ਕੇ ਕਰਦੇ ਆ। ਹਾਂਜੀ। ਨਿਰਣੈ ਬਾਤ ਨਹੀਂ ਹਮ ਪਾਏ। ਤੇ ਮਹਾਰਾਜ ਸਾਨੂੰ ਨਿਰਣਾ ਨਹੀਂ ਹੋਇਆ ਵੀ ਗੁਰੂ ਨਾਨਕ ਸਾਹਿਬ ਕੌਣ ਹਨ। ਹਾਂਜੀ। ਕਿਰਪਾ ਕਰਹੁ ਅਬ ਆਪ ਬਤਾਵਹੁ। ਹੁਣ ਮਹਾਰਾਜ ਆਪ ਹੀ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਆਪ ਦੱਸ ਦਿਓ। ਮਹਾਰਾਜ ਤੁਹਾਡੀ ਗੱਲ ਸੁਣ ਕੇ ਤੇ ਝਗੜਾ ਹੀ ਕੋਈ ਨਹੀਂ ਰਹਿਣਾ। ਹਾਂਜੀ। ਕਿਹ ਅਵਤਾਰ ਭੇਦ ਸਮਝਾਵਹੁ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਸ ਦੇ ਅਵਤਾਰ ਹਨ। ਹਾਂਜੀ। ਸੁਨ ਕਰ ਉਪਜਹਿ ਸਿਦਕ ਹਮਾਰੇ। ਤਾਂ ਕਿ ਸਾਡੇ ਮਨ ਡੋਲਣ ਨਾ, ਮਨ 'ਚ ਸਿਦਕ ਪੈਦਾ ਹੋਵੇ। ਸ਼ੰਕਾ ਬੜੀ ਮਾੜੀ ਚੀਜ਼ ਹੈਗੀ ਹੈ। ਅੱਜ ਵੀ ਕਈ ਗਿਆਨੀ ਸਟੇਜ ਤੇ ਪੁੱਠੀਆਂ ਗੱਲਾਂ ਕਰਕੇ ਸੰਗਤਾਂ ਦੇ ਮਨਾਂ 'ਚ ਸ਼ੰਕੇ ਪਾ ਦਿੰਦੇ ਜੀ। ਹਾਂਜੀ। ਪਰਹਿ ਪੰਥ ਸੁਖ ਪ੍ਰਾਪਤ ਸਾਰੇ। ਸੱਚੇ ਪਾਤਸ਼ਾਹ ਸਾਡਾ ਵੀ ਭਲਾ ਹੋਵੇ। ਮਹਾਰਾਜ ਸਾਨੂੰ ਵੀ ਇਸ ਗੱਲ ਦਾ ਪਤਾ ਲੱਗ ਜੇ। ਹਾਂਜੀ। ਚਿਰੰਕਾਲ ਕੋ ਇਹ ਸੰਦਹੂ ਬਹੁਤ ਨਰਨ ਕੈ ਮੇਟਹੁ ਏਹੂ। ਮਹਾਰਾਜ ਬੜੇ ਚਿਰ ਦੀ ਗੱਲ ਸੁਣੀ ਤੇ ਅੰਦਰ ਬੜੇ ਚਿਰ ਦੀ ਚੱਲ ਰਹੀ ਸੀ। ਸਾਨੂੰ ਦੱਸੋ, ਅਸੀਂ ਕਈਆਂ ਨੂੰ ਦੱਸਾਂਗੇ ਜਾ ਕੇ। ਹਾਂਜੀ। ਸ਼੍ਰੀ ਅਰਜਨ ਸੁਨ ਗਿਰਾ ਬਖਾਨੀ। ਹੁਣ ਸਾਰੇ ਗੁਰੂ ਅਰਜਨ ਦੇਵ ਜੀ ਦੇ ਮੁਖੋਂ ਸੁਣੀਏ ਵੀ ਗੁਰੂ ਨਾਨਕ ਸਾਹਿਬ ਕੌਣ ਹਨ ਜੀ। ਹੱਥ ਜੋੜੋ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤੇ ਹੁਣ ਨਾ ਗੁਰੂ ਸਾਹਿਬ ਦੇ ਮੁਖੋਂ ਗੁਰੂ ਨਾਨਕ ਸਾਹਿਬ ਜੀ ਬਾਰੇ ਸੁਣਨਾ ਜੀ। ਬੜੇ ਧਿਆਨ ਨਾਲ ਸੁਣਿਓ, ਸਭ ਸ਼ੰਕੇ ਉੱਡ ਜਾਣਗੇ। ਗਿਆਨੀਆਂ ਦੀਆਂ ਗੱਲਾਂ ਛੋਟੀਆਂ ਹੈਗੀਆਂ ਜੀ। ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹੁਣ ਮਹਾਰਾਜ ਸਾਰੀ ਗੱਲ ਖੋਲਣ ਲੱਗੇ ਜੀ। ਹਾਂਜੀ। ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ। ਵਾਹਿਗੁਰੂ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖੋ, ਜਿਵੇਂ ਖਾਣ ਹੁੰਦੀ ਨਾ, ਖਾਣ ਕਿਸੇ ਚੀਜ਼ ਦੀ, ਜਿਸ ਚੀਜ਼ ਦੀ ਖਾਣ ਹੋਵੇ ਉਹਦੇ 'ਚ ਉਹ ਚੀਜ਼ ਪੂਰੀ ਹੁੰਦੀ ਹੈ। ਸਿੱਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਣਾਂ ਦੀ ਖਾਣ ਹੀ ਨੇ। ਕਹਿਣ ਲੱਗੇ ਕਿੰਨੇ ਕੁ ਗੁਣ ਦਸੀਏ। ਕਹਿਣ ਲੱਗੇ ਕੀ ਦੱਸਾਂ ਮੈਂ ਗੁਰੂ ਨਾਨਕ ਸਾਹਿਬ ਜੀ ਬਾਰੇ। ਕਹਿਣ ਲੱਗੇ ਨੇਤ ਨੇਤ ਜਿਸ ਕੋ ਕਹਿ ਬੇਦ। ਜਿਸ ਵਾਹਿਗੁਰੂ ਨੂੰ ਵੇਦ ਕਹਿੰਦੇ ਆ ਨਾ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂਜੀ। ਸਭ ਥਕ ਰਹੇ ਨਾ ਪਾਇਓ ਭੇਦ। ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬੜੇ ਬੜੇ ਲੋਕ ਥੱਕ ਗਏ, ਭੇਦ ਨਹੀਂ ਪਾ ਸਕੇ ਜੀ। ਹਾਂਜੀ। ਬ੍ਰਹਮਾ ਸ਼ਿਵ ਸੰਕਾਦਿਕ ਸਾਰੇ। ਬ੍ਰਹਮਾ ਜੀ, ਸ਼ਿਵ ਜੀ, ਫਿਰ ਬ੍ਰਹਮਾ ਜੀ ਦੇ ਚਾਰੇ ਪੁੱਤਰ ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ। ਹਾਂਜੀ। ਬੁੱਧ ਕਰ ਬਲ ਕਰ ਖੋਜਤ ਹਾਰੇ। ਜਿਸ ਵਾਹਿਗੁਰੂ ਨੂੰ ਆਪਣੀ ਬੁੱਧੀ ਦੇ ਬਲ ਨਾਲ ਲੱਭਦੇ ਲੱਭਦੇ ਹਾਰ ਗਏ ਤੇ ਵਾਹਿਗੁਰੂ ਜੀ ਉਹਨਾਂ ਦੇ ਹੱਥ ਨਹੀਂ ਆਏ। ਕਹਿਣ ਲੱਗੇ ਹਾਂਜੀ। ਨਾਮ ਸਹੰਸਰ ਸ਼ੇਸ਼ ਨਿਤ ਕਹੈ। ਸ਼ੇਸ਼ ਨਾਗ ਜਿਸ ਵਾਹਿਗੁਰੂ ਦਾ ਹਜ਼ਾਰਾਂ ਵਾਰ ਰੋਜ਼ ਨਾਮ ਲੈਂਦਾ, ਨਵਾਂ ਨਾਮ ਲੈਂਦਾ। ਹਾਂਜੀ। ਜਿਸ ਕੋ ਗੁਣ ਕੇ ਅੰਤ ਨ ਲਹੈ। ਜਿਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਹੀ ਨਹੀਂ ਹੈਗਾ ਜੀ।
ਵੀ ਬੰਦਾ ਅੰਤ ਪਾਲੇ ਨਹੀਂ। ਸਭ ਤੋਂ ਵੱਡਾ ਗੁਣ ਕਿਹੜਾ ਉਹਦਾ? ਗੁਣ ਇਹੋ ਹੋਰ ਨਾਹੀਂ ਕੋਏ। ਕਈ ਸੋਚਦੇ ਸ਼ਾਇਦ ਇੱਕ ਗੁਣ ਹੋਰ ਗੁਣ ਹੀ ਨਹੀਂ ਹੈਗਾ। ਇਹਦਾ ਭਾਵ ਇਹ ਹੈਗਾ ਗੁਣ ਇਹੋ ਹੋਰ ਨਾਹੀਂ ਕੋਏ। ਰੱਬ ਦਾ ਸਭ ਤੋਂ ਵੱਡਾ ਇਹ ਗੁਣ ਹੈਗਾ, ਰੱਬ ਵਰਗਾ ਦੂਜਾ ਹੋਰ ਕੋਈ ਨਹੀਂ ਹੈਗਾ ਜੀ। ਮਹਾਰਾਜ ਕਹਿਣ ਲੱਗੇ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਿਸ ਵਾਹਿਗੁਰੂ ਦਾ ਗੁਣਾਂ ਦਾ ਅੰਤ ਹੀ ਕੋਈ ਨਹੀਂ ਹੈਗਾ। ਹਾਂਜੀ। ਪਾਪਨ ਭਾਰ ਅਧੀਰਜ ਧਰਨੀ। ਜਦੋਂ ਉਸ ਵਾਹਿਗੁਰੂ ਨੇ ਦੇਖਿਆ ਧਰਤੀ ਤੇ ਭਾਰ ਪੈ ਗਿਆ ਪਾਪਾਂ ਦਾ, ਧਰਤੀ ਤੇ ਧੀਰਜ ਨਹੀਂ ਰਿਹਾ। ਹਾਂਜੀ। ਬਹੁ ਗਿਣਤੀ ਬਿਨਤੀ ਕਰ ਕਰਨੀ। ਤੇ ਧਰਤੀ ਨੇ ਬੜੀਆਂ ਬੇਨਤੀਆਂ ਕੀਤੀਆਂ, ਤਰਲੇ ਲਏ, ਅਰਦਾਸਾਂ ਕੀਤੀਆਂ। ਹਾਂਜੀ। ਜੋਗ ਜਗ ਤਪ ਸ਼ਕਤ ਨ ਰਹੀ। ਨਾ ਜੋਗ ਰਿਹਾ, ਨਾ ਤਪ ਰਿਹਾ, ਨਾ ਸ਼ਕਤੀ ਰਹੀ ਧਰਤੀ 'ਚ। ਹਾਂਜੀ। ਸ਼ੁਭ ਕਰਮਨ ਬਿਨ ਨਰ ਗਤ ਲਹੀ। ਮਨੁੱਖ ਸ਼ੁਭ ਕਰਮਾਂ ਤੋਂ ਦੂਰ ਹੋ ਰਹੇ ਸਨ ਜੀ। ਕੋਈ ਚੰਗੇ ਕੰਮ ਨਹੀਂ ਸੀ ਕਰ ਰਿਹਾ। ਹਾਂਜੀ। ਮੋਹਿ ਅਲੰਬ ਅਬ ਦੀਜੈ ਕੋਈ। ਤੇ ਫਿਰ ਧਰਤੀ ਨੇ ਰੱਬ ਦੇ ਚਰਨਾਂ 'ਚ ਮਹਾਰਾਜ ਕਹਿੰਦੇ ਅਰਦਾਸ ਕੀਤੀ ਜੀ, ਹੇ ਵਾਹਿਗੁਰੂ ਮੈਨੂੰ ਆਸਰਾ ਦਿਓ, ਮੈਂ ਡੋਲ ਰਹੀ ਹਾਂ। ਹਾਂਜੀ। ਜਿਸ ਤੇ ਥਿਰੋਂ ਧੀਰ ਉਰ ਹੋਈ। ਇਸ ਸਮੇਂ ਮੈਨੂੰ ਤੁਸੀਂ ਆਸਰਾ ਦੇ ਸਕਦੇ ਜੇ, ਦੂਜਾ ਕੋਈ ਨਹੀਂ ਦੇ ਸਕਦਾ। ਤੁਹਾਡੇ ਆਸਰੇ ਨਾਲ ਮੈਂ ਧੀਰਜ ਧਾਰਨ ਕਰਾਂਗੀ। ਹਾਂਜੀ। ਪਾਰ ਬ੍ਰਹਮ ਅਚਰਜ ਜਿਸ ਚਰਤਾ। ਮਹਾਰਾਜ ਕਹਿਣ ਲੱਗੇ ਸਿੱਖੋ, ਜਿਸ ਰੱਬ ਦੇ ਅਸਚਰਜ ਚਰਿੱਤਰ ਨੇ, ਅਸਚਰਜ ਕੌਤਕ ਨੇ। ਹਾਂਜੀ। ਸਭ ਜਗ ਕਰਤਾ ਭਰਤਾ ਹਰਤਾ। ਜਿਹੜਾ ਸਭ ਜਗਤ ਦਾ ਕਰਤਾ ਹੈਗਾ ਜੀ, ਜਗਤ ਨੂੰ ਬਣਾਉਣ ਵਾਲਾ ਹੈ, ਸਾਰੇ ਜਗਤ ਦਾ ਭਰਤਾ ਵੀ ਹੈਗਾ ਜੀ, ਪਾਲਣ ਪੋਸ਼ਣਾ ਕਰਨ ਵਾਲਾ ਹੈਗਾ ਜੀ। ਔਰ ਜੋ ਵਾਹਿਗੁਰੂ ਜੀਵਾਂ ਨੂੰ ਖਤਮ ਕਰਨ ਵਾਲਾ ਹਰਤਾ ਵੀ ਹੈਗਾ। ਹਾਂਜੀ। ਧਰਿਓ ਆਨ ਸ਼੍ਰੀ ਨਾਨਕ ਰੂਪ। ਉਹ ਵਾਹਿਗੁਰੂ ਨੇ ਫਿਰ ਆਪ ਆ ਕੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕੀਤਾ। ਕਿਸੇ ਦੇਵਤੇ ਦਾ ਰੂਪ ਨਹੀਂ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਸ੍ਰੀ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਦਾ ਰੂਪ ਹਨ। ਖੁਦ ਪਰਮੇਸ਼ਰ ਜੀ ਆਏ। ਭੱਟ ਜੀ ਕਹਿੰਦੇ ਨਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸਾਧ ਰੂਪ ਆਪਨ ਤਨ ਧਾਰਿਓ। ਵਾਹਿਗੁਰੂ ਨੇ ਆਪ ਆਪਣਾ ਰੂਪ ਧਾਰਨ ਕੀਤਾ ਜੀ। ਹਾਂਜੀ। ਗੁਰ ਸਿੱਖੀ ਉਪਜਾਏ ਅਨੂਪ। ਮਹਾਰਾਜ ਕਹਿਣ ਲੱਗੇ ਸਿੱਖੋ, ਫਿਰ ਵਾਹਿਗੁਰੂ ਨੇ ਆਪ ਸਰੀਰ ਧਾਰਨ ਕਰਕੇ ਗੁਰਸਿੱਖੀ, ਜਿਹਦੇ ਵਰਗਾ ਦੂਜਾ ਰਸਤਾ ਨਹੀਂ ਹੈਗਾ, ਉਹ ਉਪਜਾਈ, ਉਹ ਪੈਦਾ ਕੀਤਾ ਰਾ। ਹਾਂਜੀ। ਸ਼ਕਤ ਬਹੀਨ ਹੇਰ ਨਰ ਸਾਰੇ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ, ਮਹਾਰਾਜ ਨੇ ਦੇਖਿਆ ਜੀਵਾਂ 'ਚ ਕੋਈ ਜਪ ਤਪ ਭਜਨ ਦੀ ਸ਼ਕਤੀ ਨਹੀਂ ਸੀ ਰਹੀ ਜੀ। ਹਾਂਜੀ। ਜੋਗ ਨਾ ਜਗ ਨਾ ਤਪ ਕੁਛ ਧਾਰੇ। ਨਾ ਯੱਗ ਹੈ, ਨਾ ਤਪ ਹੈ, ਨਾ ਜੋਗ ਹੀ ਹੈ ਇਹਨਾਂ ਦੇ ਕੋਲ। ਹਾਂਜੀ। ਜਾਂਤੇ ਗੁਰ ਸਿੱਖੀ ਕੀ ਰੀਤ। ਇਸ ਕਰਕੇ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਸਿੱਖੀ ਦੀ ਰੀਤ ਚਲਾਈ ਜੀ। ਬਾਣੀ ਲਿਆਂਦੀ ਧਰਤੀ ਤੇ। ਹਾਂਜੀ। ਜਗ ਬਿਸਤਰੀ ਵਦਤ ਵੱਡ ਨੀਤ। ਮਹਾਰਾਜ ਕਹਿਣ ਲੱਗੇ ਤੁਹਾਡੇ ਸਾਹਮਣੇ ਹੀ ਹੈ ਉਹ ਸਿੱਖੀ ਅੱਜ ਜਗਤ ਵਿੱਚ ਖੂਬ ਵਿਸਤਰਤ ਹੋਈ ਹੈ, ਖੂਬ ਫੈਲੀ ਹੈ ਸਿੱਖੀ। ਹਾਂਜੀ। ਸਤਨਾਮ ਕੋ ਜਾਪ ਬਤਾਇਓ। ਤੇ ਮਹਾਰਾਜ ਨੇ ਧਰਤੀ ਤੇ ਆ ਕੇ ਸਤਨਾਮ ਦਾ ਚੱਕਰ ਫਿਰਾਇਆ, ਸਾਰਿਆਂ ਨੂੰ ਦੱਸਿਆ ਜੇ ਉਧਾਰ ਕਰਾਉਣਾ ਚਾਹੁੰਦੇ ਹੋ ਤੇ ਫਿਰ ਨਾਮ ਜਪਿਆ ਕਰੋ ਵਾਹਿਗੁਰੂ ਦਾ। ਆਖੋ ਵਾਹਿਗੁਰੂ। ਹਾਂ। ਦਾਨ ਇਸ਼ਨਾਨ ਭਾਉ ਚਿਤ ਲਾਇਓ। ਦਾਨ ਦੇਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਇਹ ਸਾਰਾ ਕੰਮ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਆਰੰਭ ਕੀਤਾ ਫਿਰ। ਹਾਂਜੀ। ਚਾਰਹੁ ਬੇਦਨ ਕੋ ਤਤ ਲੀਨ। ਹੋਰ ਮਹਾਰਾਜ ਨੇ ਕੀ ਕਿਰਪਾ ਕੀਤੀ, ਚਾਰੇ ਵੇਦਾਂ ਦਾ ਸਿਧਾਂਤ ਜਿਹੜਾ ਹੈ। ਹਾਂਜੀ। ਦੇਸ਼ਨ ਭਾਖਾ ਮਹਿ ਕਹਿ ਦੀਨ। ਜਿਹੜੀ ਬਾਣੀ ਨੂੰ ਕੋਈ ਪੁਰਸ਼ ਨਹੀਂ ਸੀ ਪੜ੍ਹ ਸਕਦਾ, 25 ਸਾਲ ਕਾਸ਼ੀ 'ਚ ਜਾ ਕੇ ਮਿਹਨਤ ਲਾ ਕੇ ਪੜ੍ਹਨੀ ਪੈਂਦੀ ਸੀ। ਮਹਾਰਾਜ ਨੇ ਆਮ ਬੋਲੀ ਵਿੱਚ ਬਾਣੀ ਉਚਾਰੀ ਜੀ, ਕੋਈ ਪੜ੍ਹ ਸਕਦਾ। ਵੇਖੋ ਸੌਖੀ ਬਾਣੀ ਨੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਕੋਈ ਅਰਥ ਸਮਝ ਸਕਦਾ ਜੀ। ਹਾਂਜੀ।
ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਕੋਈ ਵੀ ਅਰਥ ਸਮਝ ਸਕਦਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਕੋਈ ਵੀ ਅਰਥ ਸਮਝ ਸਕਦਾ ਜੀ। ਹਾਂਜੀ, ਮਹਾਰਾਜ ਨੇ ਸਿੱਧੀ ਬਾਣੀ ਉਚਾਰੀ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ, ਦਾਇਆ ਖੇਲਾ ਸਗਲ ਜਗਤ। ਕੋਈ ਵੀ ਅਰਥ ਸਮਝ ਸਕਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਵਾਹਿਗੁਰੂ ਦੇ ਘਰੋਂ ਬਾਣੀ ਲਿਆ ਕੇ ਦਿੱਤੀ, ਪਰਮੇਸ਼ਰ ਦੇ ਘਰੋਂ। ਫਿਰ ਆਪ ਹੀ ਪਰਮੇਸ਼ਰ ਨੇ ਨਾ ਬਾਣੀ ਰਚੀ ਮਹਾਰਾਜ ਨੇ ਜੀ। ਹਾਂਜੀ, ਸੰਸਕ੍ਰਿਤ ਮਹਿ ਦੁਰਲਭ ਜੋਏ। ਹਾਂ, ਜਿਹੜੀ ਸੰਸਕ੍ਰਿਤ ਆਮ ਭਾਸ਼ਾ ਕਿਸੇ ਨੂੰ ਸਮਝ ਨਹੀਂ ਆਉਂਦੀ ਜੀ। ਆ ਇੱਕ ਗਾਇਤਰੀ ਮੰਤਰ ਤੁਸੀਂ ਪੜ੍ਹਦੇ ਹੋ, ਓਮ ਬੂਰ ਬੁਬਰ ਸਵਾਹ ਤਸਹ ਬਿਤੁਰ ਬਰੇਨੀਅਮ, ਦੱਸੋ ਦਾ ਕੀ ਅਰਥ ਹੈਗਾ ਜੀ। ਹਾਂਜੀ, ਪਰ ਥਿਰ ਕਰ ਬੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ, ਉਹਦਾ ਅਰਥ ਤੇ ਤੁਹਾਨੂੰ ਬਿਨਾਂ ਅਰਥਾਂ ਤੋਂ ਹੀ ਪਤਾ ਲੱਗ ਗਿਆ ਜੀ। ਮੇਰਾ ਸਤਿਗੁਰ ਰਖਵਾਲਾ ਹੋਆ, ਹਾਂਜੀ, ਬਿਨਾਂ ਅਰਥਾਂ ਤੋਂ ਪਤਾ ਲੱਗ ਗਿਆ ਜੀ। ਮਹਾਰਾਜ ਕਹਿਣ ਲੱਗੇ ਜਿਹੜੀਆਂ ਗੱਲਾਂ ਦੁਰਲੱਭ ਸਨ ਨਾ, ਜਿਹੜੀ ਭਾਸ਼ਾ ਲੋਕ ਸਮਝ ਨਹੀਂ ਸਕਦੇ ਵੀ ਕੀ ਵੇਦਾਂ 'ਚ ਲਿਖਿਆ, ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਬਾਣੀ ਉਚਾਰੀ। ਕਹਿਣ ਲੱਗੇ ਇੱਕ ਓੰਕਾਰ ਸਤਨਾਮ। ਹਾਂਜੀ, ਲੱਖੋਂ ਮੈਂ ਪ੍ਰਾਪਤ ਹੋਏ ਕੋਏ। ਲੱਖਾਂ ਨੇ ਫਿਰ ਉਹ ਬਾਣੀ ਪੜ੍ਹੀ। ਮਹਾਰਾਜ ਕਹਿਣ ਲੱਗੇ ਅੱਜ ਵੀ ਸੰਗਤ ਦੀ ਪੜ੍ਹ ਰਹੇ ਹੈ। ਹਾਂਜੀ, ਸੋ ਤਤ ਗੁਰ ਸਿੱਖਨ ਮਹਿ ਐਸੇ, ਧਰਿਓ ਬਦਰ ਕਿਨ ਕਰ ਪਰ ਜੈਸੇ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਤਤ ਸਿੱਖਾਂ ਨੂੰ ਇੰਝ ਦਿੱਤਾ ਜਿਵੇਂ ਹੱਥ ਤੇ ਬੇਰ ਰੱਖ ਦਈਦਾ ਜੀ। ਸੰਗਤ ਜੀ, ਜੇ ਬੇਰ ਖਾਣਾ ਹੋਵੇ ਕਿਸੇ ਨੇ, ਧਿਆਨ ਨਾਲ ਸੁਣਿਓ, ਸਾਵਧਾਨ ਹੋ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜੇ ਤੁਸਾਂ ਬੇਰ ਖਾਣਾ ਹੋਵੇ, ਬੰਦਾ ਪਹਿਲਾਂ ਬੇਰੀ ਲਾਏ ਜੀ, ਕਈ ਸਾਲ ਲੱਗੇ ਉਹਨੂੰ ਵੱਡੇ ਹੋਣ ਲੱਗਿਆ ਜੀ। ਪਹਿਲਾਂ ਰੋਜ਼ ਪਾਣੀ ਦਿਆ ਕਰੇਗਾ, ਕਈ ਕੁਝ ਕਰੇਗਾ, ਸਾਲਾਂ ਬਾਅਦ ਉਹਨੂੰ ਬੇਰ ਲੱਗਣੇ ਜੀ, ਕਈ ਸਾਲ ਲੱਗਣੇ। ਉਹ ਬੇਰ ਹੀ ਕੋਈ ਸਿੱਧਾ ਹੀ ਆ ਕੇ ਹੱਥ ਤੇ ਰੱਖਦੇ ਜੀ। ਤੇ ਫਰਕ ਤਾਂ ਹੈਗਾ ਨਾ ਜੀ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਘਰ ਦਾ ਗਿਆਨ ਸਿੱਧਾ ਹੀ ਜੀਵਾਂ ਦੇ ਹੱਥ ਤੇ ਰੱਖ ਦਿੱਤਾ ਜੀ। ਕਿੰਨੀ ਕਿਰਪਾ ਕੀਤੀ ਜੀ। ਹਾਂਜੀ, ਸਿਮਰਤ ਨਾਮ ਭਗਤ ਕੋ ਕਰਤੇ, ਹਾਂਜੀ, ਸਨੈ ਸਨੈ ਬ੍ਰਹਮ ਰੂਪ ਵਿਚਰਤੇ। ਗੁਰ ਸਿੱਖ ਫਿਰ ਬਾਣੀ ਪੜ੍ਹ ਕੇ ਨਾਮ ਜਪਦੇ ਤੇ ਹੌਲੀ ਹੌਲੀ ਸਹਿਜੇ ਸਹਿਜੇ ਫਿਰ ਰੱਬ ਦਾ ਹੀ ਰੂਪ ਬਣ ਜਾਂਦੇ। ਮਹਾਰਾਜ ਕਹਿਣ ਲੱਗੇ ਹਾਂਜੀ, ਔਰ ਮਹਿ ਬਿਦਤ ਸੋ ਤਤ ਹੋਏ ਆਵਤ, ਜਿਸਕੇ ਲਖੇ ਨਾ ਪੁੰਨ ਦੁਖ ਪਾਵਤ। ਮਹਾਰਾਜ ਕਹਿਣ ਲੱਗੇ ਉਹ ਵਾਹਿਗੁਰੂ ਜੋ ਬ੍ਰਹਮ ਹੈ, ਜਿਹਦੇ ਗੁਣ ਕਹੇ ਨਹੀਂ ਜਾ ਸਕਦੇ, ਜਿਹੜਾ ਫਿਰ ਗੁਰੂ ਜੀ ਦੇ ਚਰਨਾਂ 'ਚ ਆਉਂਦਾ, ਉਹ ਰੱਬ ਉਹਦੇ ਹਿਰਦੇ 'ਚ ਹੀ ਪ੍ਰਗਟ ਹੋ ਜਾਂਦਾ। ਕਹਿਣ ਲੱਗੇ ਫਿਰ ਕਦੀ ਦੁੱਖ ਨਹੀਂ ਆਉਂਦਾ। ਹਾਂਜੀ, ਵੇਦ ਸਾਰ ਕੀ ਭਾਖਾ ਕੀਨ, ਗੁਰੂ ਕਿਰਪਾਲ ਕਿਰਪਾ ਰਸ ਭੀਨ। ਸੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਿਰਪਾ ਦੇ ਘਰ ਵਿੱਚ ਆ ਕੇ ਧਰਤੀ ਦੇ ਜੀਵਾਂ ਦਾ ਭਲਾ ਕੀਤਾ। ਸਿੱਖੋ, ਸ਼ੱਕ ਨਹੀਂ ਕਰਨਾ, ਗੁਰੂ ਨਾਨਕ ਸਾਹਿਬ ਖੁਦ ਅਕਾਲ ਪੁਰਖ ਹਨ। ਕਹਿਣ ਲੱਗੇ ਖੁਦ ਕਰਤਾ ਪੁਰਖ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਸ਼ੰਕਾ ਨਹੀਂ ਕਰਨਾ, ਫਰਕ ਨਹੀਂ ਕਰਨਾ। ਮਾਫ ਕਰਿਓ, 80% ਸਿੱਖ ਕੌਮ ਜਿਹੜੀ ਹੈ ਨਾ, ਮੈਂ ਆਪਣੀ ਕੌਮ ਦੀ ਗੱਲ ਕਰਦਾ, ਇਸੇ ਭੁਲੇਖੇ 'ਚ ਪਈ ਹੈ ਜੀ। ਬਹੁਤੇ ਗੁਰੂ ਨਾਨਕ ਸਾਹਿਬ ਨੂੰ ਮਨੁੱਖ ਹੀ ਸਮਝਦੇ ਹੈ। ਜਦੋਂ ਮਨੁੱਖ ਸਮਝਦੇ ਫਿਰ ਕਥਾ ਨਹੀਂ ਸਮਝ ਆਉਂਦੀ। ਹਾਂਜੀ, 20% ਭਾਵਨਾ ਵਾਲੇ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਸਮਝਦੇ ਆ। ਸ੍ਰੀ ਗੁਰੂ ਨਾਨਕ ਸਾਹਿਬ ਹੀ ਅਕਾਲ ਪੁਰਖ ਹਨ ਜੀ। ਅਕਾਲ ਪੁਰਖ ਜੀ ਖੁਦ ਆਏ ਨੇ ਧਰਤੀ ਦੀ ਪੁਕਾਰ ਸੁਣ ਕੇ, ਧਰਤੀ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਜੀ। ਭਾਈ ਗੁਰਦਾਸ ਜੀ ਲਿਖਦੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਹਾਂਜੀ, ਤੁਮ ਭੀ ਕਰਹੁ ਵਿਚਾਰਨ ਬਾਨੀ। ਮਹਾਰਾਜ ਕਹਿਣ ਲੱਗੇ ਫਿਰ ਗੁਰੂ ਨਾਨਕ ਸਾਹਿਬ ਨੇ ਬਾਣੀ ਬਖਸ਼ੀ। ਸਿੱਖੋ, ਤੁਸੀਂ ਵੀ ਬਾਣੀ ਦੀ ਵਿਚਾਰ ਕਰਿਆ ਕਰੋ। ਕਹਿਣ ਲੱਗੇ ਹਾਂਜੀ, ਰਿਦਾ ਟਿਕਾਵਹੁ ਦੁਬਿਧਾ ਹਾਨੀ। ਆਪਣੇ ਹਿਰਦੇ 'ਚ ਬਾਣੀ ਨੂੰ ਟਿਕਾਵੋ। ਮਹਾਰਾਜ ਕਹਿੰਦੇ
ਬਾਣੀ ਨੂੰ ਟਿਕਾਓ, ਤੁਹਾਡੀ ਦੁਬਿਧਾ ਦੂਰ ਹੋਏਗੀ, ਤੁਹਾਡੇ ਅੰਦਰ ਪ੍ਰੇਮ ਵਧੇਗਾ। ਹਾਂਜੀ, ਸਿਦਕ ਧਰਹੁ ਸਿੱਖੀ ਨਿਰਬਾਹੋ। ਸਿਦਕ ਧਾਰੋ, ਸਿਦਕ ਸਿੱਖੀ ਵਿੱਚ ਕਦਮ ਰੱਖੋ, ਸਿੱਖੀ ਨੂੰ ਨਿਭਾਓ ਵੀ ਮਹਾਰਾਜ ਕਹਿਣ ਲੱਗੇ। ਹਾਂਜੀ, ਨਹਿ ਦੁਖ ਤੇ ਜਮ ਕੇ ਸੰਗ ਜਾਹੋ। ਵੇਖਿਓ, ਜਿਸ ਸਿੱਖ ਨੇ ਬਾਣੀ ਆਪਣੇ ਹਿਰਦੇ 'ਚ ਧਾਰਨ ਕੀਤੀ ਹੋਵੇਗੀ, ਜਮਾਂ ਦੇ ਨਾਲ ਨਹੀਂ ਜਾਏਗਾ। ਬਾਣੀ ਬੰਦੇ ਨੂੰ ਚੰਗੇ ਰਾਹ ਪਾ ਦਿੰਦੀ, ਨਾਮ ਜਪਣੇ ਪਾ ਦਿੰਦੀ ਬਾਣੀ। ਬਾਣੀ ਦਾ ਇੱਕ ਬਚਨ ਨਹੀਂ, ਬੜੇ ਬਚਨ ਨੇ। ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਵਿਚਾਰ ਲਓ ਜੀ। ਗੁਰੂ ਅਰਜਨ ਸਾਹਿਬ ਕਹਿ ਰਹੇ ਨਾ, ਗੁਰੂ ਨਾਨਕ ਸਾਹਿਬ ਨੇ ਬਾਣੀ ਦਿੱਤੀ, ਗੁਰੂ ਦੀ ਬਾਣੀ ਦੀ ਵਿਚਾਰ ਕਰ ਲਓ। ਹੁਣ ਸੁਣੋ, ਹਰ ਏਕ ਸਿਮਰ ਏਕ ਸਿਮਰ, ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਜੀ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਮਹਾਰਾਜ ਕਹਿੰਦੇ ਪਿਆਰਿਆ, ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਕੋਈ ਦੁੱਖ ਨਹੀਂ ਰਹੇਗਾ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰ ਲਓ। ਇੱਕ ਸ਼ਬਦ ਤੁਹਾਨੂੰ ਸਭ ਨੂੰ ਯਾਦ ਹੋਣਾ ਜੀ, ਆਸਾ ਰਾਗ ਦਾ, ਤੇ ਲਗਭਗ ਤੁਸੀਂ ਸਾਰੇ ਹੀ ਰੋਜ਼ ਪਾਠ ਕਰਦੇ ਹੋ ਉਹਦਾ। ਆਖਾਂ ਜੀਵਾਂ ਆਖਣੇ ਔਖਾ, ਸਾਚੇ ਨਾਮ ਕੀ ਉਤ ਭੁੱਖਾ ਖਾਏ ਚੱਲਿਆ ਹੈ ਦੁੱਖ। ਮਹਾਰਾਜ ਕਹਿੰਦੇ ਬੰਦਿਆ, ਤੈਨੂੰ ਵਾਹਿਗੁਰੂ ਜੀ ਦੇ ਨਾਮ ਦੀ ਭੁੱਖ ਲੱਗ ਜਾਵੇ। ਜਿਹਦੀ ਬੰਦੇ ਨੂੰ ਭੁੱਖ ਲੱਗਦੀ ਨਾ, ਫਿਰ ਬੰਦਾ ਛਕਣ ਛਕਾਉਣ ਦਾ ਵੀ ਪ੍ਰਬੰਧ ਕਰਦਾ, ਵੀ ਹੁਣ ਖਾਈਏ ਵੀ ਕੁਝ, ਭੁੱਖ ਲੱਗੀ ਹੈ, 100 ਹੱਥ ਪੈਰ ਮਾਰਦਾ। ਜਿਸ ਸਿੱਖ ਨੂੰ ਨਾਮ ਦੀ ਭੁੱਖ ਲੱਗ ਜਾਏਗੀ, ਜਿਸ ਜੀਵ ਨੂੰ ਨਾਮ ਦੀ ਭੁੱਖ ਲੱਗ ਜਾਏਗੀ, ਉਹ ਵੀ ਹੱਥ ਪੈਰ ਮਾਰੇਗਾ ਜੀ, ਨਾਮ ਜਪੇਗਾ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਭੁੱਖ ਲੱਗ ਗਈ ਨਾ, ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਉਤ ਭੁੱਖਾ ਖਾਏ ਚੱਲਿਆ ਹੈ ਦੂਰ, ਸੋ ਕਿਉਂ ਵਿਸਰੈ ਸਾਚਾ ਸਾਹਿਬ। ਉਹ ਵਾਹਿਗੁਰੂ ਜੋ ਸੱਚਾ, ਜਿਹਦਾ ਨਾਮ ਸੱਚਾ ਹੈ, ਇਹ ਮੇਰੀ ਜੀਵ ਰੂਪ ਮਾਏ, ਇਹ ਨਾਮ ਤੈਨੂੰ ਭੁੱਲੇ ਨਾ। ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹ ਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਮੈ ਬਾਝ ਸਨਾਤ। ਹਾਂਜੀ, ਬਾਝ ਸਨਾਤ ਵੀ ਕਿਹਾ ਜੀ। ਫਿਰ ਨਾਮ ਨੂੰ ਭੁੱਲਣ ਵਾਲਿਆਂ ਨੂੰ ਗਾਲ ਵੀ ਕੱਢ ਦਿੱਤੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਗਾਲ ਨਹੀਂ, ਚਲੋ ਤਾੜਨਾ ਕਹਿ ਸਕਦੇ ਹਾਂ ਜੀ। ਬਾਣੀ ਪੜ੍ਹੀਏ, ਭਰਮ ਭੁਲੇਖੇ ਦੂਰ ਹੋਣਗੇ ਜੀ। ਕਈ ਕਹਿੰਦੇ ਪਹਿਲਾਂ ਦਿਨ ਬਣਿਆ ਕਿ ਰਾਤ ਬਣੀ। ਮਹਾਰਾਜ ਨੇ ਸ਼ਬਦ 'ਚ ਦੱਸਿਆ, ਜਿਨ ਦਿਨ ਕਰਕੇ ਕੀਤੀ ਰਾਤ। ਜਿਹਨੇ ਪਹਿਲਾਂ ਦਿਨ ਬਣਾਇਆ, ਦਿਨ ਬਣਾ ਕੇ ਫਿਰ ਰਾਤ ਵੀ ਬਣਾਈ, ਉਹਨੂੰ ਚੇਤੇ ਕਰਿਆ ਕਰ ਕਹਿੰਦੇ। ਸੋ ਗੁਰੂ ਅਰਜਨ ਸਾਹਿਬ ਜੀ ਕੀ ਕਹਿ ਰਹੇ ਆ? ਮਹਾਰਾਜ ਕਹਿੰਦੇ, ਤੁਮ ਵੀ ਕਰੋ ਵਿਚਾਰਨ ਬਾਣੀ, ਹਿਰਦਾ ਟਿਕਾਵਹੁ ਦੁਬਿਧਾ ਹਾਨੀ। ਤੁਸੀਂ ਵੀ ਬਾਣੀ ਦੀ ਵਿਚਾਰ ਕਰੋ, ਹਿਰਦੇ 'ਚ ਟਿਕਾਓ, ਤੁਹਾਡੀ ਦੁਬਿਧਾ ਦੂਰ ਹੋਏਗੀ। ਸ਼੍ਰੀ ਅਰਜਨ ਸ਼੍ਰੀ ਅਰਜਨ ਤੇ ਸੁਨਹੁ ਲਸਾਏ। ਜਦੋਂ ਉਹਨਾਂ ਮਹਾਰਾਜ ਦੇ ਮੁਖੋਂ ਬਚਨ ਸੁਣਿਆ, ਬੜੇ ਖੁਸ਼ ਹੋਏ ਜੀ। ਹਾਂਜੀ, ਭਏ ਸਿੱਖ ਸੰਦੇਹ ਮਿਟਾਏ। ਸਭ ਸ਼ੰਕੇ ਦੂਰ ਕਰਕੇ ਗੁਰੂ ਜੀ ਦੇ ਸਿੱਖ ਬਣ ਗਏ। ਗੁਰਬਾਣੀ ਕੋ ਲਗੇ ਵਿਚਾਰਨ। ਗੁਰਬਾਣੀ ਦੀ ਵਿਚਾਰ ਕਰਨ ਲੱਗ ਪਏ, ਗੁਰਬਾਣੀ ਪੜ੍ਹਨ ਲੱਗ ਪਏ, ਗੁਰਬਾਣੀ ਦੀ ਵਿਚਾਰ ਕਰਨ ਲੱਗ ਪਏ। ਹਾਂਜੀ, ਭਗਤ ਗਿਆਨ ਕੀ ਜੋ ਵੱਡ ਕਾਰਨ। ਜੋ ਭਗਤੀ ਦੇਣ ਵਾਲੀ ਹੈ, ਵੱਡਾ ਗਿਆਨ ਦੇਣ ਵਾਲੀ ਹੈ, ਐਸੀ ਬਾਣੀ ਦੇ ਚਰਨਾਂ ਦੇ ਨਾਲ ਉਹ ਗੁਰੂ ਦੇ ਸਿੱਖ ਜਿਹੜੇ ਆ ਉਹ ਜੁੜ ਗਏ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਅਸੀਂ ਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਏ। ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਜੀ ਦਾ 400 ਸਾਲ ਹੈ। ਕੁਝ ਦਿਨ ਆਪਾਂ ਮਹਾਰਾਜ ਜੀ ਦੀ ਬਾਣੀ ਦੀ ਕਥਾ ਵੀ ਵਿਚਾਰਾਂਗੇ ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਹਿ ਕੀ ਰਹੇ ਨੇ ਜੀ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਗੁਰੂ ਨਾਨਕ ਸਾਹਿਬ ਆਪ ਪ੍ਰਤੱਖ ਵਾਹਿਗੁਰੂ ਦਾ ਰੂਪ ਹਨ, ਉਹਨਾਂ ਦੇ ਬਚਨ ਅੰਮ੍ਰਿਤ ਹਨ। ਆਓ ਇਹ ਪੰਕਤੀ ਪੜ੍ਹ ਲਓ, ਫਿਰ ਸਾਰੀ ਸੰਗਤ ਖਿਮਾ ਮੰਗੀਏ, ਸਮਾਂ ਹੋ ਰਿਹਾ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜਪ ਲੋ ਪ੍ਰਤੱਖ ਸਤਿਗੁਰ ਦੇਓ ਜੋ ਅੰਮ੍ਰਿਤ ਬਚਨ, ਜੋ ਅੰਮ੍ਰਿਤ ਬਚਨ। ਦੋਵੇਂ ਬਚਨ ਆ ਗਏ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ। ਇੱਕ ਤੇ ਗੁਰੂ ਨਾਨਕ ਸਾਹਿਬ ਖੁਦ ਅਕਾਲ ਪੁਰਖ ਹਨ, ਪ੍ਰਤੱਖ ਪਰਮੇਸ਼ਰ ਹਨ। ਦੂਜਾ ਉਹਨਾਂ ਦੀ ਅੰਮ੍ਰਿਤ ਬਾਣੀ ਹੈ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾ। ਸਤਿਗੁਰ ਦੇਓ ਸਤਿਗੁਰ ਦੇਓ ਸਤਿਗੁਰ ਦੇਓ, ਜੋ ਅੰਮ੍ਰਿਤ ਬਚਨ, ਜੋ ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਵਾਹਿਗੁਰੂ। ਜੋ ਸੁਣਾਵੇ, ਲੋ ਟਾਈਮ ਸੰਪੂਰਨ ਹੋ ਗਿਆ। 5 ਵਾਰ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗਾ। ਕੋਈ ਰਸਨਾ ਮੰਗੀ ਨਾ, ਸਾਰੇ ਪ੍ਰੇਮ ਨਾਲ ਗੱਜ ਕੇ ਵਾਹਿਗੁਰੂ 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 ਗਰੀਬ ਨਵਾਜ ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਸੱਜਣ ਸੱਚਾ